गुलाम बने इस देश को आज़ाद तुमने करवाया है, सुरक्षित जीवन देकर तुमने कर्ज अपना चुकाया है। सत श्री अकाल, तुसी वेख रहे हो सुतंत्रता दिवस से साड़ी खास पेशकश सूर में ग्रेट फ्रीडम फाइटर्स ऑफ इंडिया। ਅੱਜ ਦੇਸ਼ ਭਰ ਵਿੱਚ ਧੂਮਧਾਮ ਦੇ ਨਾਲ ਸੁਤੰਤਰਤਾ ਦਿਹਾੜਾ ਮਨਾਇਆ ਜਾ ਰਿਹਾ। ਅੱਜ ਜਿਸ ਖੁੱਲੀ ਤੇ ਆਜ਼ਾਦ ਹਵਾ ਵਿੱਚ ਅਸੀਂ ਸਾਹ ਲੈ ਰਹੇ ਹਾਂ, ਉਸ ਆਜ਼ਾਦੀ ਨੂੰ ਪਾਉਣ ਲਈ ਨਾ ਜਾਣੇ ਕਿੰਨੇ ਦੇਸ਼ ਭਗਤਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਅੱਜ ਸੁਤੰਤਰਤਾ ਦਿਵਸ ਦੇ ਮੌਕੇ ਤੇ ਅਸੀਂ ਇੱਕ ਸ਼ਰਧਾਂਜਲੀ ਦੇ ਰਹੇ ਹਾਂ ਆਜ਼ਾਦੀ ਦੇ ਉਹਨਾਂ ਪਰਵਾਨਿਆਂ ਨੂੰ ਜਿਨ੍ਹਾਂ ਦੀ ਸ਼ਹਾਦਤ ਦੇ ਕਾਰਨ ਅੱਜ ਸਾਨੂੰ ਇਹ ਆਜ਼ਾਦੀ ਮਿਲੀ ਹੈ ਤੇ ਭਾਰਤ ਇੱਕ ਆਜ਼ਾਦ ਦੇਸ਼ ਬਣਿਆ। शहीदों की चिताओं पर लगेंगे हर बरस मेले, वतन पर मरने वाले का यही बाकी निशान होगा। शहीद आज़म भगत सिंह ने देश की आज़ादी लई शहादत दी ਉਹ मिसाल कायम की थी जिसकी उदाहरण ना किते मिली है ना मिलेगी। 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਤੇ ਲਟਕੇ ਇੱਕ ਨੌਜਵਾਨ ਨੇ ਆਜ਼ਾਦੀ ਦੀ ਅਜਿਹੀ ਲਾਟ ਬੁਲੰਦ ਕੀਤੀ ਜਿਸ ਨੇ ਅੰਗਰੇਜ਼ ਹਕੂਮਤ ਦੇ ਅਸਮਾਨ ਵਿੱਚ ਸੁਰਾਖ ਕਰ ਦਿੱਤਾ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਦੇ ਨਾਲ ਹਰ ਦੇਸ਼ਵਾਸੀ ਆਜ਼ਾਦੀ ਦੀ ਦੁਹਾਈ ਦੇਣ ਲੱਗਾ ਸੀ। ਅੱਜ ਭਾਰਤ ਨਾ ਸਿਰਫ ਆਜ਼ਾਦ ਹੈ ਬਲਕਿ ਤਰੱਕੀ ਦੀਆਂ ਉਚਾਈਆਂ ਨੂੰ ਛੂ ਵੀ ਰਿਹਾ। लिख रहा हूँ मैं अंजाम जिसका कल आगाज आएगा, मेरे लहू का हर कतरा इनकलाब लाएगा। मैं रहूँ या ना रहूँ, वादा है मेरा तुमसे कि मेरे बाद वतन पे मरने वालों का सैलाब आएगा। ਭਗਤ ਸਿੰਘ ਦੀਆਂ ਲਿਖੀਆਂ ਇਹ ਪੰਕਤੀਆਂ ਕਿਤੇ ਨਾ ਕਿਤੇ ਇਸ ਗੱਲ ਦੀ ਗਵਾਹੀ ਭਰ ਰਹੀਆਂ ਸਨ ਕਿ ਉਹਨਾਂ ਦੀ ਸ਼ਹਾਦਤ ਇੱਕ ਸੈਲਾਬ ਲੈ ਕੇ ਆਏਗੀ ਤੇ ਠੀਕ ਇਸ ਤਰ੍ਹਾਂ ਹੋਇਆ ਵੀ। ਭਗਤ ਸਿੰਘ ਦੇ ਅੰਦਰ ਆਪਣੇ ਦੇਸ਼ ਨੂੰ ਲੈ ਕੇ ਪਿਆਰ ਤਾਂ ਬਚਪਨ ਤੋਂ ਹੀ ਸੀ। ਦੇਸ਼ ਭਗਤੀ ਤੇ ਸ਼ਹਾਦਤ ਦਾ ਜਜ਼ਬਾ ਹੀ ਸੀ ਕਿ ਅੱਜ ਭਗਤ ਸਿੰਘ ਇੱਕ ਅਮਰ ਸ਼ਹੀਦ ਦੇ ਰੂਪ ਵਿੱਚ ਪਹਿਚਾਣੇ ਜਾਂਦੇ ਨੇ। ਇਹ ਇੱਕ ਬੱਚੇ ਦੀ ਮਾਸੂਮ ਸੋਚ ਨਹੀਂ ਬਲਕਿ ਅੰਗਰੇਜ਼ੀ ਹਕੂਮਤ ਦੇ ਖਿਲਾਫ ਆਜ਼ਾਦੀ ਦੀ ਜੰਗ ਦਾ ਐਲਾਨ ਸੀ। ਭਗਤ ਸਿੰਘ ਦਾ ਜਨਮ ਇੱਕ ਰਾਸ਼ਟਰਵਾਦੀ ਤੇ ਦੇਸ਼ ਭਗਤ ਪਰਿਵਾਰ ਵਿੱਚ ਹੋਇਆ ਜਿਸ ਦਾ ਉਹਨਾਂ ਤੇ ਗਹਿਰਾ ਪ੍ਰਭਾਵ ਸੀ। ਉਸ ਸਮੇਂ ਉਹਨਾਂ ਦੇ ਚਾਚਾ ਅਜੀਤ ਸਿੰਘ ਤੇ ਸ਼ਵਾਨ ਸਿੰਘ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਸਹਿਯੋਗ ਦੇ ਰਹੇ ਸਨ। ਇਹ ਦੋਵੇਂ ਕਰਤਾਰ ਸਿੰਘ ਸਰਾਭਾ ਵੱਲੋਂ ਚਲਾਈ ਜਾ ਰਹੀ ਗਦਰ ਪਾਰਟੀ ਦੇ ਮੈਂਬਰ ਸਨ। ਭਗਤ ਸਿੰਘ ਦੇ ਮਨ ਤੇ ਇਹਨਾਂ ਦੋਵਾਂ ਦਾ ਡੂੰਘਾ ਪ੍ਰਭਾਵ ਸੀ, ਇਸ ਲਈ ਭਗਤ ਸਿੰਘ ਬਚਪਨ ਤੋਂ ਹੀ ਅੰਗਰੇਜ਼ਾਂ ਦੇ ਨਾਲ ਨਫ਼ਰਤ ਕਰਨ ਲੱਗੇ ਸਨ। 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੇ ਬਾਲ ਮਨ ਉੱਤੇ ਬਹੁਤ ਗਹਿਰਾ ਪ੍ਰਭਾਵ ਪਾਇਆ। ਉਸ ਵੇਲੇ ਉਹਨਾਂ ਦੀ ਉਮਰ ਸਿਰਫ 12 ਸਾਲ ਸੀ। ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਲਾਲਾ ਲਾਜਪਤ ਰਾਏ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਸਨ। ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ ਮੰਨਦੇ ਸਨ। ਕਰਤਾਰ ਸਿੰਘ ਸਰਾਭਾ ਦੀ ਫੋਟੋ ਹਮੇਸ਼ਾ ਆਪਣੀ ਜੇਬ ਵਿੱਚ ਰੱਖਦੇ ਸਨ। ਭਗਤ ਸਿੰਘ ਪਹਿਲਾਂ ਮਹਾਤਮਾ ਗਾਂਧੀ ਦੁਆਰਾ ਚਲਾਏ ਗਏ ਅਸਹਿਯੋਗ ਅੰਦੋਲਨ ਤੇ ਇੰਡੀਅਨ ਨੈਸ਼ਨਲ ਕਾਨਫਰੰਸ ਦੇ ਮੈਂਬਰ ਸਨ। 1921 ਵਿੱਚ ਜਦੋਂ ਚੌਰੀ ਹੱਤਿਆਕਾਂਡ ਦੇ ਬਾਅਦ ਗਾਂਧੀ ਜੀ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਤੇ ਹਿੰਸਾ ਕਰਕੇ ਆਪਣਾ ਅੰਦੋਲਨ ਵਾਪਸ ਲੈ ਲਿਆ, ਇਸ ਗੱਲ ਦਾ ਭਗਤ ਸਿੰਘ ਤੇ ਕਾਫੀ ਅਸਰ ਹੋਇਆ। ਕਿਤੇ ਨਾ ਕਿਤੇ ਉਹਨਾਂ ਦੀ ਇਹ ਨਾਰਾਜ਼ਗੀ ਸਾਹਮਣੇ ਵੀ ਆਈ ਤੇ ਉਹ ਇਸ ਲਹਿਰ ਨਾਲੋਂ ਵੱਖ ਹੋ ਗਏ। 14 ਸਾਲ ਦੀ ਉਮਰ ਵਿੱਚ ਉਹਨਾਂ ਨੇ ਪੰਜਾਬ ਦੇ ਕ੍ਰਾਂਤੀਕਾਰੀ ਸੰਗਠਨਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਆਪਣੀ ਪੜ੍ਹਾਈ ਜਾਰੀ ਰੱਖਣ ਦੇ ਲਈ ਭਗਤ ਸਿੰਘ ਨੇ ਲਾਹੌਰ ਵਿੱਚ ਲਾਲਾ ਲਾਜਪਤ ਰਾਏ ਦੁਆਰਾ ਸਥਾਪਿਤ ਨੈਸ਼ਨਲ ਕਾਲਜ ਵਿੱਚ ਦਾਖਲਾ ਲੈ ਲਿਆ। ਇਹ ਕਾਲਜ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਕੇਂਦਰ ਸੀ ਤੇ ਇੱਥੇ ਹੀ ਭਗਤ ਸਿੰਘ, ਭਗਵਤੀ ਚਰਨ ਵਰਮਾ, ਸੁਖਦੇਵ ਤੇ ਦੂਸਰੇ ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਆਏ। ਕਾਲਜ ਵਿੱਚ ਪੜ੍ਹਾਈ ਦੇ ਦੌਰਾਨ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾਣ ਵਾਲੇ ਨਾਟਕਾਂ ਵਿੱਚ ਵੀ ਹਿੱਸਾ ਲੈਂਦੇ ਸਨ। ਭਗਤ ਸਿੰਘ ਅਕਸਰ ਲਾਹੌਰ ਆਉਂਦੇ ਜਾਂਦੇ ਰਹਿੰਦੇ। ਭਗਤ ਸਿੰਘ ਨੇ ਭਾਰਤ ਨੌਜਵਾਨ ਸਭਾ ਦੀ ਸਥਾਪਨਾ ਕੀਤੀ। 1926 ਵਿੱਚ ਪੁਲਿਸ ਦੁਆਰਾ ਉਹਨਾਂ ਨੂੰ ਇੱਕ ਝੂਠੇ ਮਾਮਲੇ ਵਿੱਚ ਜੇਲ੍ਹ ਕਰ ਦਿੱਤੀ ਗਈ। ਕਾਕੋਰੀ ਕਾਂਡ ਵਿੱਚ ਰਾਮ ਪ੍ਰਸਾਦ ਬਿਸਮਿਲ ਸਹਿਤ 4 ਕ੍ਰਾਂਤੀਕਾਰੀਆਂ ਨੂੰ ਫਾਂਸੀ ਤੇ ਬਾਕੀਆਂ ਨੂੰ ਕੈਦ ਦੇ ਨਾਲ ਭਗਤ ਸਿੰਘ ਇੰਨੇ ਜ਼ਿਆਦਾ ਬੇਚੈਨ ਹੋਏ ਕਿ ਉਹਨਾਂ ਨੇ ਚੰਦਰ ਸ਼ੇਖਰ ਆਜ਼ਾਦ ਦੇ ਨਾਲ ਉਹਨਾਂ ਦੀ ਪਾਰਟੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਜੁਆਇਨ ਕਰ ਲਈ ਤੇ ਉਸ ਨੂੰ ਇੱਕ ਨਵਾਂ ਨਾਮ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੇ ਦਿੱਤਾ। ਭਗਤ ਸਿੰਘ ਆਜ਼ਾਦੀ ਦੀ ਲੜਾਈ ਤਾਂ ਲੜ ਹੀ ਰਹੇ ਸਨ ਪਰ ਚੰਦਰ ਸ਼ੇਖਰ ਆਜ਼ਾਦ ਦੇ ਨਾਲ ਮਿਲ ਕੇ ਇਸ ਨੂੰ ਉਹਨਾਂ ਨੇ ਇੱਕ ਨਵੀਂ ਦਿਸ਼ਾ ਦਿੱਤੀ। ਭਗਤ ਸਿੰਘ ਨੇ ਚੰਦਰ ਸ਼ੇਖਰ ਆਜ਼ਾਦ ਦੇ ਨਾਲ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਹੋਰ ਵੀ ਤੇਜ਼ ਕਰ ਦਿੱਤਾ। ਫਰਵਰੀ 1928 ਨੂੰ ਇੰਗਲੈਂਡ ਤੋਂ ਸਾਈਮਨ ਕਮਿਸ਼ਨ ਨਾਮਕ ਇੱਕ ਆਯੋਗ ਭਾਰਤ ਦੌਰੇ ਤੇ ਆਇਆ। ਇਸ ਕਮਿਸ਼ਨ ਦੇ ਭਾਰਤ ਦੌਰੇ ਦਾ ਮੁੱਖ ਉਦੇਸ਼ ਸੰਵਿਧਾਨ ਵਿੱਚ ਨੀਤੀਗਤ ਬਦਲਾਵ ਕਰਨਾ ਸੀ।
ਪਰ ਇਸ ਆਯੋਗ ਵਿੱਚ ਕੋਈ ਵੀ ਭਾਰਤੀ ਮੈਂਬਰ ਸ਼ਾਮਿਲ ਨਹੀਂ ਸੀ, ਜਿਸ ਕਰਕੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਲਾਹੌਰ ਵਿੱਚ ਸਾਈਮਨ ਕਮਿਸ਼ਨ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪੁਲਿਸ ਦੇ ਲਾਠੀ ਚਾਰਜ ਵਿੱਚ ਲਾਲਾ ਲਾਜਪਤ ਰਾਏ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇੱਕ ਅਹਿੰਸਾਵਾਦੀ ਵਿਖਾਵੇ ਦੇ ਦੌਰਾਨ ਲਾਲਾ ਲਾਜਪਤ ਰਾਏ ਅੰਗਰੇਜ਼ਾਂ ਦੇ ਜਾਨਲੇਵਾ ਹਮਲੇ ਦਾ ਸ਼ਿਕਾਰ ਹੋ ਗਏ ਤੇ ਉਹਨਾਂ ਨੇ ਦਮ ਤੋੜ ਦਿੱਤਾ। ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਬ੍ਰਿਟਿਸ਼ ਅਧਿਕਾਰੀ ਸਕਾਟ, ਜੋ ਕਿ ਉਹਨਾਂ ਦੀ ਮੌਤ ਦਾ ਜ਼ਿੰਮੇਦਾਰ ਸੀ, ਨੂੰ ਮਾਰਨ ਦਾ ਸੰਕਲਪ ਲਿਆ, ਪਰ ਉਹਨਾਂ ਨੇ ਗਲਤੀ ਨਾਲ ਸਕਾਟ ਦੇ ਸਹਾਇਕ ਸਾਂਡਰਸ ਨੂੰ ਸਕਾਟ ਸਮਝ ਕੇ ਗੋਲੀ ਮਾਰ ਦਿੱਤੀ। ਬ੍ਰਿਟਿਸ਼ ਸਰਕਾਰ ਆਪਣੀ ਖਿਲਾਫਤ ਕਰਨ ਵਾਲਿਆਂ ਦੇ ਦਮਨ ਦੀ ਨੀਤੀ ਤਿਆਰ ਕਰ ਰਹੀ ਸੀ। ਡਿਫੈਂਸ ਆਫ ਇੰਡੀਆ ਐਕਟ ਦੇ ਦੁਆਰਾ ਅੰਗਰੇਜ਼ੀ ਸਰਕਾਰ ਨੇ ਪੁਲਿਸ ਨੂੰ ਦਮਨਕਾਰੀ ਅਧਿਕਾਰ ਦੇ ਦਿੱਤਾ ਸੀ। ਇਸ ਦੇ ਤਹਿਤ ਪੁਲਿਸ ਸ਼ੱਕੀ ਗਤੀਵਿਧੀਆਂ ਨਾਲ ਸੰਬੰਧਿਤ ਜਲੂਸ ਨੂੰ ਰੋਕ ਤੇ ਲੋਕਾਂ ਨੂੰ ਗ੍ਰਿਫਤਾਰ ਕਰ ਸਕਦੀ ਸੀ। ਇਸ ਵਿਚਕਾਰ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਜੇਕਰ ਇਹ ਕਾਨੂੰਨ ਪਾਸ ਕਰਨ ਦੇ ਰਸਤੇ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਵਾਇਸਰਾਏ ਆਪਣੇ ਵਿਸ਼ੇਸ਼ ਅਧਿਕਾਰ ਦਾ ਉਪਯੋਗ ਕਰਕੇ ਇਸ ਕਾਨੂੰਨ ਨੂੰ ਪਾਸ ਕਰ ਦੇਣਗੇ। ਜਦੋਂ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਖਿਲਾਫ ਅੰਗਰੇਜ਼ ਸਰਕਾਰ ਨੇ ਡਿਫੈਂਸ ਆਫ ਇੰਡੀਆ ਐਕਟ ਲਿਆਉਣ ਦੀ ਯੋਜਨਾ ਬਣਾਈ ਤਾਂ ਭਗਤ ਸਿੰਘ ਨੇ ਉਸੇ ਤਰ੍ਹਾਂ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਇਰਾਦਾ ਜ਼ਾਹਿਰ ਕੀਤਾ, ਜਿੱਦਾਂ ਕਦੀ ਫਰਾਂਸ ਦੇ ਚੈਂਬਰ ਆਫ ਡਿਪਟੀਜ਼ ਵਿੱਚ ਇੱਕ ਕ੍ਰਾਂਤੀਕਾਰੀ ਨੇ ਕੀਤਾ ਸੀ। 8 ਅਪ੍ਰੈਲ 1929 ਨੂੰ ਪਬਲਿਕ ਸੇਫਟੀ ਬਿੱਲ ਪੇਸ਼ ਕੀਤਾ ਜਾਣਾ ਸੀ। ਬਟੁਕੇਸ਼ਵਰ ਦੱਤ ਤੇ ਭਗਤ ਸਿੰਘ ਕਿਸੇ ਤਰ੍ਹਾਂ 2 ਬੰਬ ਸੈਂਟਰਲ ਅਸੈਂਬਲੀ ਦੇ ਅੰਦਰ ਲੈ ਜਾਣ ਵਿੱਚ ਕਾਮਯਾਬ ਹੋ ਗਏ। ਜਿਵੇਂ ਹੀ ਬਿੱਲ ਪੇਸ਼ ਹੋਇਆ, ਵਿਜ਼ਟਰ ਗੈਲਰੀ ਵਿੱਚ ਮੌਜੂਦ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਉੱਠੇ ਤੇ 2 ਬੰਬ ਉਸ ਤਰਫ ਉਛਾਲੇ ਜਿੱਥੇ ਕਿ ਬੈਂਚ ਖਾਲੀ ਸੀ। ਬੰਬ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ, ਇਸ ਲਈ ਕਿਸੇ ਨੂੰ ਵੀ ਜਾਨ ਦਾ ਕੋਈ ਖਤਰਾ ਨਹੀਂ ਸੀ। ਬੰਬ ਦੇ ਨਾਲ-ਨਾਲ ਦੋਨਾਂ ਨੇ ਪਰਚੇ ਵੀ ਸੁੱਟੇ ਤੇ ਗ੍ਰਿਫਤਾਰੀ ਤੋਂ ਪਹਿਲਾਂ ਦੋਨਾਂ ਨੇ ਇਨਕਲਾਬ ਜ਼ਿੰਦਾਬਾਦ, ਸਮਰਾਜਵਾਦ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਕੇਸ ਵਿੱਚ ਬਟੁਕੇਸ਼ਵਰ ਦੱਤ ਨੂੰ ਕਾਲਾ ਪਾਣੀ ਦੀ ਸਜ਼ਾ ਹੋਈ, ਪਰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਸਿਰ ਤੇ ਸਾਂਡਰਸ ਦੇ ਕਤਲ ਦਾ ਇਲਜ਼ਾਮ ਵੀ ਸੀ, ਇਸ ਲਈ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ ਲਈ ਹੱਸਦੇ-ਹੱਸਦੇ ਕੁਰਬਾਨੀ ਦੇ ਦਿੱਤੀ। कुछ नशा तिरंगे की आन का है, कुछ नशा देश की मिट्टी की आन का है, लेकर रहेंगे हर हाल में आजादी, क्योंकि सवाल देश की शान का है। इस तरह सरदार भगत सिंह शहीद आजम के रूप विच हिंदुस्तान के इतिहास विच सदा सदा लई अमर हो गए। कल भी भगत सिंह सब दे आदर्श सन ते हमेशा ही रहणगे। उन्हां वर्गा क्रांतिवीर ना तां पैदा होया है ते ना ही कदी होवेगा। शहीद भगत सिंह दे सिद्धांतां उत्ते चल के ही उन्हां नूं सच्ची श्रद्धांजलि दित्ती जा सकती है। ਕਿਹਾ ਜਾਂਦਾ ਹੈ ਕਿ ਇਤਿਹਾਸ ਤੋਂ ਵਧੀਆ ਕੋਈ ਅਧਿਆਪਕ ਨਹੀਂ ਹੋ ਸਕਦਾ। ਇਤਿਹਾਸ ਆਪਣੇ ਆਪ ਵਿੱਚ ਘਟਨਾਵਾਂ ਨੂੰ ਹੀ ਨਹੀਂ ਕਵਰ ਕਰਦਾ, ਸਗੋਂ ਸਾਨੂੰ ਬਹੁਤ ਕੁਝ ਸਿਖਾਉਂਦਾ ਵੀ ਹੈ। ਇਸੇ ਤਰ੍ਹਾਂ ਹਰ ਦਿਨ ਕਿਸੇ ਨਾ ਕਿਸੇ ਇਤਿਹਾਸ ਦੇ ਨਾਲ ਜੁੜਿਆ ਹੋਇਆ। ਪਰ 15 ਅਗਸਤ 1947 ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਆਜ਼ਾਦੀ ਦੇ ਇਸ ਇਤਿਹਾਸ ਵਿੱਚ ਕਈ ਅਧਿਆਏ ਜੁੜੇ। ਅੱਜ ਤੋਂ ਠੀਕ 43 ਸਾਲ ਪਹਿਲਾਂ 1940 ਵਿੱਚ ਇੰਗਲੈਂਡ ਵਿੱਚ ਪੰਜਾਬ ਦੇ ਤਤਕਾਲੀ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਉੱਤੇ ਗੋਲੀਆਂ ਚਲਾ ਕੇ ਇੱਕ ਨੌਜਵਾਨ ਨੇ ਜਲਿਆਂਵਾਲਾ ਬਾਗ ਕਾਂਡ ਦਾ ਬਦਲਾ ਲਿਆ ਸੀ ਔਰ ਨੌਜਵਾਨ ਸੀ ਊਧਮ ਸਿੰਘ। 1919 ਦੇ ਜਲਿਆਂਵਾਲਾ ਬਾਗ ਸਾਕੇ ਨੇ ਊਧਮ ਸਿੰਘ ਤੇ ਡੂੰਘਾ ਪ੍ਰਭਾਵ ਪਾਇਆ। ਉਸਨੇ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਸੀ ਕਿ ਉਹ ਡਾਇਰ ਨੂੰ ਉਸਦੇ ਅਪਰਾਧਾਂ ਦੀ ਸਜ਼ਾ ਦਿੰਦੇ ਰਹਿਣਗੇ। ਉਸ ਨੂੰ ਬੇਕਸੂਰ ਲੋਕਾਂ ਦੇ ਕਤਲ ਦਾ ਬਦਲਾ ਲੈਣ ਲਈ 21 ਸਾਲ ਲੱਗ ਗਏ। ਅੱਜ ਸੂਰਵੀਰ ਨੂੰ ਤੇ ਉਸਦੀ ਕੋਟੀ-ਕੋਟੀ ਸ਼ਹਾਦਤ ਨੂੰ ਅਸੀਂ ਦਿਲ ਤੋਂ ਸਲਾਮ ਕਰਦੇ ਹਾਂ। सेवा देश दी जिंदड़ीए बड़ी औखी गल्लां करनियां टेल सुखालियां ने। जिन्हां देश सेवा विच पैर धरिया उन्हां लखां मुसीबतां झल्लियां ने। शहीद ਊਧਮ ਸਿੰਘ ਦੀ इस नज़म ਨੂੰ ਉਹ ਅਕਸਰ ਗਾਇਆ ਕਰਦੇ ਸਨ। ਉਹਨਾਂ ਦਾ ਇਸ ਨਜ਼ਮ ਦੇ ਨਾਲ ਡੂੰਘਾ ਲਗਾਵ ਸੀ। ਜਦੋਂ ਬ੍ਰਿਟਿਸ਼ ਪੁਲਿਸ ਨੇ 13 ਮਾਰਚ 1940 ਨੂੰ ਮਾਈਕਲ ਓਡਵਾਇਰ ਨੂੰ ਮਾਰਨ ਤੋਂ ਬਾਅਦ ਊਧਮ ਸਿੰਘ ਦੇ ਲੰਡਨ ਘਰ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਉੱਥੇ ਲਾਲ ਰੰਗ ਦੀ ਡਾਇਰੀ ਮਿਲੀ। ਊਧਮ ਸਿੰਘ ਨੇ ਇਸ ਨਜ਼ਮ ਨੂੰ ਇਸ ਡਾਇਰੀ ਵਿੱਚ ਪੰਜਾਬੀ ਵਿੱਚ ਉਕਰਿਆ ਸੀ। ਉਹ ਫਰੈਂਕ ਬ੍ਰਾਜ਼ੀਲ ਤੇ ਬਾਵਾ ਸਿੰਘ ਦੇ ਨਾਵਾਂ ਦੇ ਨਾਲ ਵਿਦੇਸ਼ ਵਿੱਚ ਰਹਿੰਦਾ ਸੀ, ਪਰ ਆਪਣੀ ਡਾਇਰੀ ਵਿੱਚ ਉਹ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਹੀ ਲਿਖਦਾ ਸੀ। ਲੰਡਨ ਦੀਆਂ 2 ਜੇਲ੍ਹਾਂ ਵਿੱਚ ਰਹਿਣ ਦੇ ਦੌਰਾਨ ਉਸਨੇ ਦਰਜਨਾਂ ਚਿੱਠੀਆਂ ਲਿਖੀਆਂ ਤੇ ਉਹ ਸਾਰੀਆਂ ਚਿੱਠੀਆਂ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਮ ਹੇਠ ਦਰਜ ਸਨ। ਆਪਣੇ ਆਪ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਵਜੋਂ ਸਥਾਪਿਤ ਕਰਨ ਪਿੱਛੇ ਊਧਮ ਸਿੰਘ ਦਾ ਉਦੇਸ਼ ਸਿਰਫ ਭਾਰਤੀਆਂ ਦੇ ਮਨਾਂ ਵਿੱਚ ਧਰਮ ਨਿਰਪੱਖਤਾ ਦੀ ਆਵਾਜ਼ ਨੂੰ ਬੁਲੰਦ ਕਰਨਾ ਸੀ। 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਇਲਾਕੇ ਦੇ ਪਿੰਡ ਸੁਨਾਮ ਵਿੱਚ ਜਨਮੇ ਊਧਮ ਸਿੰਘ ਸਿਰਫ 3 ਸਾਲ ਦੇ ਸਨ ਜਦੋਂ ਉਹਨਾਂ ਦੀ ਮਾਤਾ ਦੀ ਮੌਤ ਹੋ ਗਈ। ਕੁਝ ਸਾਲਾਂ ਬਾਅਦ ਉਹਨਾਂ ਦੇ ਪਿਤਾ ਵੀ ਇਸ ਸੰਸਾਰ ਤੋਂ ਚਲੇ ਗਏ। ਅਨਾਥ ਹੋਣ ਦੇ ਕਾਰਨ ਊਧਮ ਸਿੰਘ ਤੇ ਉਹਨਾਂ ਦੇ ਭਰਾ ਮੁਕਤਾ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਯਤੀਮਖਾਨੇ ਵਿੱਚ ਸ਼ਰਨ ਲੈਣੀ ਪਈ, ਪਰ ਇਸ ਦੌਰਾਨ ਉਹਨਾਂ ਦੇ ਵੱਡੇ ਭਰਾ ਦੀ ਵੀ ਮੌਤ ਹੋ ਗਈ।
ਉਹ ਬਿਲਕੁਲ ਇਕੱਲੇ ਸਨ। 1919 ਵਿੱਚ ਉਹ ਅਨਾਥ ਆਸ਼ਰਮ ਛੱਡ ਕੇ ਆਜ਼ਾਦੀ ਦੇ ਸੰਗਰਾਮ ਵਿੱਚ ਸ਼ਾਮਿਲ ਹੋ ਗਏ। 1919 ਦੇ ਜਲਿਆਂਵਾਲਾ ਬਾਗ ਸਾਕੇ ਨੇ ਊਧਮ ਸਿੰਘ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਉਹਨਾਂ ਨੇ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਸੀ ਕਿ ਉਹ ਉਡਵਾਇਰ ਨੂੰ ਉਸਦੇ ਅਪਰਾਧਾਂ ਦੀ ਸਜ਼ਾ ਦੇ ਕੇ ਹੀ ਰਹਿਣਗੇ। ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਉਹਨਾਂ ਨੇ ਅਫਰੀਕਾ, ਨੈਰੋਬੀ, ਬ੍ਰਾਜ਼ੀਲ ਤੇ ਅਮਰੀਕਾ ਸਮੇਤ ਕਈ ਦੇਸ਼ਾਂ ਦੀ ਯਾਤਰਾ ਕੀਤੀ। 1934 ਵਿੱਚ ਉਹ ਲੰਡਨ ਪਹੁੰਚ ਗਏ। ਇੱਥੇ ਉਹਨਾਂ ਨੇ ਕਾਰ ਤੇ ਇੱਕ ਬੰਦੂਕ ਖਰੀਦੀ। ਉਹ ਜਨਰਲ ਡਾਇਰ ਨੂੰ ਮਾਰਨ ਲਈ ਸਹੀ ਸਮੇਂ ਦੀ ਉਡੀਕ ਕਰ ਰਿਹਾ ਸੀ ਤੇ ਉਸ ਨੂੰ ਇਹ ਮੌਕਾ 1940 ਵਿੱਚ ਮਿਲਿਆ। ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਲੰਡਨ ਦੇ ਕੈਕਸਟਨ ਹਾਲ ਵਿੱਚ ਮੀਟਿੰਗ ਹੋ ਰਹੀ ਸੀ, ਜਿਸ ਵਿੱਚ ਮਾਈਕਲ ਉਡਵਾਇਰ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਊਧਮ ਸਿੰਘ ਵੀ ਪਹੁੰਚੇ। ਊਧਮ ਸਿੰਘ ਨੇ ਬੰਦੂਕ ਇੱਕ ਮੋਟੀ ਕਿਤਾਬ ਵਿੱਚ ਛੁਪਾ ਦਿੱਤੀ ਸੀ। ਇਸ ਦੇ ਲਈ ਉਸਨੇ ਕਿਤਾਬ ਦੇ ਪੰਨਿਆਂ ਨੂੰ ਬਿਲਕੁਲ ਬੰਦੂਕ ਦੀ ਸ਼ਕਲ ਵਿੱਚ ਕੱਟਿਆ ਸੀ, ਜੋ ਕਿ ਇਸ ਨੂੰ ਆਸਾਨੀ ਨਾਲ ਛੁਪਾਇਆ ਜਾ ਸਕੇ। ਸਰਦਾਰ ਊਧਮ ਸਿੰਘ ਨੇ ਲੰਡਨ ਜਾ ਕੇ ਪੰਜਾਬ ਦੇ ਤਤਕਾਲੀ ਗਵਰਨਰ ਜਨਰਲ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਨੇ ਜਲਿਆਂਵਾਲਾ ਬਾਗ ਕਾਂਡ ਤੱਕ ਘਿਨੌਣਾ ਕਤਲੇਆਮ ਕੀਤਾ ਸੀ। ਊਧਮ ਸਿੰਘ ਨੂੰ ਬੇਕਸੂਰ ਲੋਕਾਂ ਦੇ ਕਤਲ ਦਾ ਬਦਲਾ ਲੈਣ ਲਈ 21 ਸਾਲ ਲੱਗ ਗਏ। ਉਸ ਤੇ 4 ਜੂਨ 1940 ਨੂੰ ਕਤਲ ਦਾ ਮੁਕੱਦਮਾ ਚਲਾਇਆ ਗਿਆ, ਜਿਸ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਤੇ 31 ਜੁਲਾਈ 1940 ਨੂੰ ਪੈਂਟਨਵਿਲੇ ਜੇਲ੍ਹ ਵਿੱਚ ਉਸ ਨੂੰ ਫਾਂਸੀ ਦੇ ਦਿੱਤੀ ਗਈ। ਦੇਸ਼ ਦੀ ਆਜ਼ਾਦੀ ਵਿੱਚ ਊਧਮ ਸਿੰਘ ਦਾ ਉੱਘਾ ਯੋਗਦਾਨ ਰਿਹਾ ਹੈ ਤੇ ਇਸ ਯੋਗਦਾਨ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। खुश नसीब हैं वो लोग जो वतन के काम आते हैं, वतन पर मरकर भी ये लोग अमर हो जाते हैं। सलाम करते हैं हम वतन पर मिटने वालों को, उनकी वजह से ही हम चैन की सांस ले पाते हैं। ਭਾਰਤ ਨੂੰ ਇੱਕ ਆਜ਼ਾਦ ਦੇਸ਼ ਬਣਾਉਣ ਲਈ ਆਜ਼ਾਦੀ ਦੇ ਘੁਲਾਟੀਆਂ ਨੇ ਇੱਕ ਲੰਬੀ ਲੜਾਈ ਲੜੀ, ਪਰ ਉਹਨਾਂ ਵਿੱਚੋਂ ਵਿਰਲੇ ਹੀ ਸਨ ਜਿਨ੍ਹਾਂ ਨੇ ਭਾਰਤ ਦੇ ਆਜ਼ਾਦ ਹੋਣ ਦਾ ਉਹ ਪਲ ਆਪਣੀ ਅੱਖੀਂ ਵੇਖਿਆ। ਆਜ਼ਾਦੀ ਦੇ ਜਿਸ ਸੁਪਨੇ ਨੂੰ ਸਾਕਾਰ ਕਰਨ ਲਈ ਇਹਨਾਂ ਸੂਰਵੀਰਾਂ ਨੇ ਆਪਣੀ ਜਾਨ ਵਾਰ ਦਿੱਤੀ, ਉਹਨਾਂ ਵਿੱਚੋਂ ਇੱਕ ਸਨ ਨੇਤਾ ਜੀ ਸੁਭਾਸ਼ ਚੰਦਰ ਬੋਸ। ਸੁਭਾਸ਼ ਚੰਦਰ ਬੋਸ ਦੇਸ਼ ਦੇ ਮਹਾਨ ਨਾਇਕਾਂ ਵਿੱਚੋਂ ਇੱਕ ਹਨ ਅਤੇ ਹਮੇਸ਼ਾ ਰਹਿਣਗੇ। ਉਹਨਾਂ ਨੇ ਆਜ਼ਾਦੀ ਦੀ ਲੜਾਈ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਸੁਭਾਸ਼ ਚੰਦਰ ਬੋਸ ਦੇ ਸੰਘਰਸ਼ ਅਤੇ ਦੇਸ਼ ਸੇਵਾ ਦੇ ਜਜ਼ਬੇ ਦੇ ਕਾਰਨ ਮਹਾਤਮਾ ਗਾਂਧੀ ਨੇ ਉਹਨਾਂ ਨੂੰ ਦੇਸ਼ ਭਗਤਾਂ ਦਾ ਦੇਸ਼ ਭਗਤ ਕਿਹਾ। ਮਹਾਨ ਨਾਇਕ ਸੁਭਾਸ਼ ਚੰਦਰ ਬੋਸ ਨੂੰ ਆਜ਼ਾਦੀ ਦੇ ਸਿਪਾਹੀ ਵਜੋਂ ਦੇਖਿਆ ਜਾਂਦਾ ਹੈ ਤੇ ਉਹਨਾਂ ਦੇ ਜੀਵਨ ਦੀਆਂ ਬਹਾਦਰੀ ਦੀਆਂ ਕਹਾਣੀਆਂ ਨੂੰ ਅੱਜ ਵੀ ਬੜੇ ਸਨਮਾਨ ਨਾਲ ਯਾਦ ਕੀਤਾ ਜਾਂਦਾ ਹੈ। ਸੁਭਾਸ਼ ਚੰਦਰ ਬੋਸ ਭਾਰਤ ਦੇ ਸਭ ਤੋਂ ਸਤਿਕਾਰਯੋਗ ਸੁਤੰਤਰਤਾ ਸੈਨਾਨੀ ਮੰਨੇ ਜਾਂਦੇ ਨੇ। ਉਹਨਾਂ ਦਾ ਜਨਮ 23 ਜਨਵਰੀ 1897 ਨੂੰ ਕਟਕ ਵਿੱਚ ਹੋਇਆ। ਉਹਨਾਂ ਨੇ ਆਜ਼ਾਦ ਹਿੰਦ ਫੌਜ ਦੇ ਨਾਮ ਨਾਲ ਭਾਰਤ ਦੀ ਪਹਿਲੀ ਹਥਿਆਰਬੰਦ ਸੈਨਾ ਬਣਾਈ। ਉਹਨਾਂ ਦੇ ਮਸ਼ਹੂਰ ਨਾਰੇ ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ ਨੇ ਸਾਰੇ ਭਾਰਤੀਆਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ, ਜੋ ਕਿ ਆਜ਼ਾਦੀ ਦੀ ਲੜਾਈ ਲੜ ਰਹੇ ਸਨ। ਅੱਜ ਵੀ ਇਹ ਸ਼ਬਦ ਭਾਰਤੀਆਂ ਨੂੰ ਪ੍ਰੇਰਿਤ ਕਰਦੇ ਨੇ। ਸੁਭਾਸ਼ ਚੰਦਰ ਬੋਸ ਬੇਮਿਸਾਲ ਪ੍ਰਤਿਭਾਸ਼ਾਲੀ ਸੀ। ਉਹਨਾਂ ਨੇ 1918 ਵਿੱਚ ਫਸਟ ਡਿਵੀਜ਼ਨ ਵਿੱਚ ਫਿਲਾਸਫੀ ਵਿੱਚ BA ਕੀਤੀ ਤੇ ਫਿਰ ਬੋਸ 1920 ਤੇ 1930 ਦੇ ਦਹਾਕੇ ਦੇ ਅੰਤ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੌਜਵਾਨ ਰੈਡੀਕਲ ਵਿੰਗ ਦੇ ਨੇਤਾ ਬਣੇ। ਭਗਵਤ ਗੀਤਾ ਸੁਭਾਸ਼ ਚੰਦਰ ਬੋਸ ਦੇ ਲਈ ਪ੍ਰੇਰਣਾ ਦਾ ਇੱਕ ਮਹਾਨ ਸਰੋਤ ਸੀ। ਸੁਭਾਸ਼ ਚੰਦਰ ਬੋਸ ਦੇ ਪਿਤਾ ਚਾਹੁੰਦੇ ਸਨ ਕਿ ਸੁਭਾਸ਼ ਚੰਦਰ ਬੋਸ ICS ਬਣਨ। ਉਹਨਾਂ ਨੇ ਆਪਣੇ ਪਿਤਾ ਦੀ ICS ਬਣਨ ਦੀ ਇੱਛਾ ਪੂਰੀ ਵੀ ਕੀਤੀ। ਬੋਸ ਨੇ 1920 ਦੀ ICS ਪ੍ਰੀਖਿਆ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਸੁਭਾਸ਼ ਚੰਦਰ ਬੋਸ ਨੂੰ ਬਚਪਨ ਤੋਂ ਹੀ ਦੇਸ਼ ਨਾਲ ਕਾਫੀ ਪਿਆਰ ਸੀ। ਇਹ ਪਿਆਰ ਆਜ਼ਾਦੀ ਦੀ ਲਹਿਰ ਦੌਰਾਨ ਸਾਨੂੰ ਦੇਖਣ ਨੂੰ ਵੀ ਮਿਲਿਆ, ਜਦੋਂ ਸੁਭਾਸ਼ ਚੰਦਰ ਬੋਸ ਭਾਰਤੀ ਪ੍ਰਸ਼ਾਸਨਿਕ ਸੇਵਾ ਨੂੰ ਅੱਧ ਵਿਚਾਲੇ ਛੱਡ ਕੇ ਭਾਰਤ ਵਾਪਸ ਆ ਗਏ। ਇਸ ਦੀ ਇੱਕ ਵਜ੍ਹਾ ਸੀ ਕਿ ਸੁਭਾਸ਼ ਚੰਦਰ ਬੋਸ ਅੰਗਰੇਜ਼ਾਂ ਦੇ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ ਸਨ, ਇਸ ਲਈ ਉਹਨਾਂ ਨੇ 22 ਅਪ੍ਰੈਲ 1921 ਨੂੰ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਨਾ ਸਿਰਫ ਦੇਸ਼ ਵਿੱਚ ਰਹਿ ਕੇ ਬਲਕਿ ਦੇਸ਼ ਤੋਂ ਬਾਹਰ ਜਾ ਕੇ ਵੀ ਆਜ਼ਾਦੀ ਦੀ ਲਹਿਰ ਨੂੰ ਮਜ਼ਬੂਤ ਕੀਤਾ। ਸੁਭਾਸ਼ ਚੰਦਰ ਬੋਸ ਇੱਕ ਭਾਰਤੀ ਸੁਤੰਤਰਤਾ ਸੈਨਾਨੀ ਰਹੇ ਨੇ, ਜੋ ਕਿ ਆਪਣੀ ਵਕਾਲਤ ਤੇ ਸਮਾਜਵਾਦੀ ਨੀਤੀਆਂ ਲਈ ਜਾਣੇ ਜਾਂਦੇ ਨੇ। ਉਹਨਾਂ ਨੇ ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ ਤੇ ਜੈ ਹਿੰਦ ਵਰਗੇ ਨਾਅਰੇ ਦਿੱਤੇ। ਸੁਭਾਸ਼ ਚੰਦਰ ਬੋਸ ਨੂੰ ਨੇਤਾ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਨੇ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ। ਸੁਭਾਸ਼ ਚੰਦਰ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੱਕ ਜਾਣੇ ਪਛਾਣੇ ਨੇਤਾ ਸਨ। ਨੇਤਾ ਜੀ ਨੂੰ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਉਹਨਾਂ ਦੇ ਵਿਸ਼ੇਸ਼ ਯੋਗਦਾਨ ਵਾਸਤੇ ਜਾਣਿਆ ਜਾਂਦਾ ਹੈ। ਨੇਤਾ ਜੀ ਦੇ ਰਾਸ਼ਟਰਵਾਦੀ ਵਿਚਾਰਾਂ ਤੇ ਉਹਨਾਂ ਦੀਆਂ ਹਮਲਾਵਰ ਰਣਨੀਤੀਆਂ ਦੇ ਕਾਰਨ ਉਹ ਅੰਗਰੇਜ਼ਾਂ ਦੇ ਵਿਰੁੱਧ ਸੁਤੰਤਰਤਾ ਸੰਗਰਾਮ ਦੇ ਦੌਰਾਨ ਭਾਰਤੀਆਂ ਲਈ ਇੱਕ ਨਾਇਕ ਬਣੇ ਰਹੇ। ਉਹਨਾਂ ਦੇ ਜਨਮ ਦਿਨ ਨੂੰ ਬਹਾਦਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। 1920 ਦੇ ਦਹਾਕੇ ਦੇ ਅਖੀਰ ਵਿੱਚ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਜਵਾਹਰ ਲਾਲ ਨਹਿਰੂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਭਾਰਤੀ ਰਾਸ਼ਟਰੀ ਕਾਂਗਰਸ ਦੇ ਯੂਥ ਵਿੰਗ ਦੀ ਅਗਵਾਈ ਵੀ ਕੀਤੀ ਸੀ। ਇਸ ਤੋਂ ਬਾਅਦ 1938 ਵਿੱਚ ਸੁਭਾਸ਼ ਚੰਦਰ ਬੋਸ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਬਣੇ। ਹਾਲਾਂਕਿ ਬਾਅਦ ਵਿੱਚ ਮਤਭੇਦਾਂ ਦੇ ਕਾਰਨ ਸੁਭਾਸ਼ ਚੰਦਰ ਬੋਸ ਕਾਂਗਰਸ ਤੋਂ ਵੱਖ ਹੋ ਗਏ ਤੇ ਉਹਨਾਂ ਨੇ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ।
ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਵਿੱਚ ਸੁਭਾਸ਼ ਚੰਦਰ ਬੋਸ ਨੇ ਸੋਵੀਅਤ ਯੂਨੀਅਨ, ਨਾਜ਼ੀ ਜਰਮਨੀ, ਇੰਪੀਰੀਅਲ ਜਾਪਾਨ ਸਮੇਤ ਕਈ ਦੇਸ਼ਾਂ ਦੀ ਯਾਤਰਾ ਕੀਤੀ। ਕਿਹਾ ਜਾਂਦਾ ਹੈ ਕਿ ਸੁਭਾਸ਼ ਚੰਦਰ ਬੋਸ ਦੇ ਇਹਨਾਂ ਦੌਰਿਆਂ ਦਾ ਉਦੇਸ਼ ਬਾਕੀ ਦੇਸ਼ਾਂ ਦੇ ਨਾਲ ਆਪਸੀ ਸਾਂਝ ਨੂੰ ਮਜ਼ਬੂਤ ਕਰਨਾ ਸੀ ਤੇ ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਦੇ ਰਾਜ ਤੇ ਹਮਲਾ ਕਰਨਾ ਸੀ। ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ 1921 ਤੇ 1941 ਦੇ ਅਰਸੇ ਦੌਰਾਨ ਪੂਰਨ ਆਜ਼ਾਦੀ ਲਈ ਆਪਣੇ ਸਟੈਂਡ ਦੇ ਕਾਰਨ 11 ਵਾਰ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉਹਨਾਂ ਨੂੰ ਪਹਿਲੀ ਵਾਰ 16 ਜੁਲਾਈ 1921 ਨੂੰ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। 1941 ਨੂੰ ਉਹਨਾਂ ਨੂੰ ਇੱਕ ਕੇਸ ਦੇ ਸੰਬੰਧ ਵਿੱਚ ਕਲਕੱਤਾ ਦੀ ਇੱਕ ਅਦਾਲਤ ਵਿੱਚ ਪੇਸ਼ ਹੋਣਾ ਪਿਆ, ਪਰ ਉਹ ਕਿਸੇ ਤਰ੍ਹਾਂ ਆਪਣਾ ਘਰ ਛੱਡ ਕੇ ਜਰਮਨੀ ਚਲੇ ਗਏ। ਨੇਤਾਜੀ ਸੁਭਾਸ਼ ਚੰਦਰ ਬੋਸ ਜਰਮਨੀ ਪਹੁੰਚੇ ਤੇ ਉੱਥੇ ਦੇ ਚਾਂਸਲਰ ਹਿਟਲਰ ਨੂੰ ਮਿਲੇ। ਦੂਜੇ ਵਿਸ਼ਵ ਯੁੱਧ ਦੇ ਦੌਰਾਨ 1942 ਵਿੱਚ ਭਾਰਤ ਨੂੰ ਬ੍ਰਿਟਿਸ਼ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਉਹਨਾਂ ਨੇ ਆਜ਼ਾਦ ਹਿੰਦ ਫੌਜ ਨਾਮ ਦੀ ਇੱਕ ਹਥਿਆਰਬੰਦ ਸੈਨਾ ਦਾ ਗਠਨ ਕੀਤਾ। ਇਹ ਫੌਜ ਜਾਪਾਨ ਵਿੱਚ ਬਣਾਈ ਗਈ। 28 ਤੋਂ 30 ਮਾਰਚ ਤੱਕ ਉਹਨਾਂ ਨੇ ਆਜ਼ਾਦ ਹਿੰਦ ਫੌਜ ਦੇ ਗਠਨ ਸੰਬੰਧੀ ਵਿਚਾਰ ਪੇਸ਼ ਕਰਨ ਲਈ ਇੱਕ ਕਾਨਫਰੰਸ ਵੀ ਕੀਤੀ, ਜਿਸ ਵਿੱਚ ਰਾਸ ਬਿਹਾਰੀ ਬੋਸ ਵੀ ਸ਼ਾਮਿਲ ਹੋਏ। ਕਿਹਾ ਜਾਂਦਾ ਹੈ ਕਿ ਜਾਪਾਨ ਨੇ ਆਜ਼ਾਦ ਹਿੰਦ ਫੌਜ ਦੇ ਗਠਨ ਵਿੱਚ ਬਹੁਤ ਮਦਦ ਕੀਤੀ। ਆਜ਼ਾਦ ਹਿੰਦ ਫੌਜ ਵਿੱਚ ਤਕਰੀਬਨ 85,000 ਫੌਜੀ ਸ਼ਾਮਿਲ ਸਨ। ਆਜ਼ਾਦ ਹਿੰਦ ਫੌਜ ਵਿੱਚ ਉਹਨਾਂ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਜਿਨ੍ਹਾਂ ਨੂੰ ਵਿਸ਼ਵ ਯੁੱਧ ਦੇ ਦੌਰਾਨ ਜਾਪਾਨ ਨੇ ਬੰਦੀ ਬਣਾ ਲਿਆ ਸੀ। ਬਾਅਦ ਵਿੱਚ ਬਰਮਾ ਤੇ ਮਲਾਇਆ ਵਿੱਚ ਸਥਿਤ ਭਾਰਤੀ ਵਲੰਟੀਅਰ ਵੀ ਇਸ ਫੌਜ ਵਿੱਚ ਸ਼ਾਮਿਲ ਹੋ ਗਏ। ਇਸ ਦੇ ਨਾਲ-ਨਾਲ ਦੇਸ਼ ਤੋਂ ਬਾਹਰ ਰਹਿੰਦੇ ਕਈ ਲੋਕ ਵੀ ਇਸ ਫੌਜ ਦਾ ਹਿੱਸਾ ਬਣੇ। 21 ਅਕਤੂਬਰ 1943 ਨੂੰ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਦੇ ਸੁਪਰੀਮ ਕਮਾਂਡਰ ਵਜੋਂ ਆਜ਼ਾਦ ਭਾਰਤ ਦੀ ਅਸਥਾਈ ਸਰਕਾਰ ਬਣਾਈ, ਜਿਸ ਨੂੰ ਜਰਮਨੀ, ਜਾਪਾਨ, ਫਿਲੀਪੀਨਜ਼, ਕੋਰੀਆ, ਚੀਨ, ਇਟਲੀ ਤੇ ਆਇਰਲੈਂਡ ਨੇ ਮਾਨਤਾ ਦਿੱਤੀ। ਆਜ਼ਾਦ ਹਿੰਦ ਸਰਕਾਰ ਦੀ ਆਜ਼ਾਦ ਹਿੰਦ ਫੌਜ ਨੇ ਬਰਮਾ ਦੀ ਸਰਹੱਦ ਤੇ ਅੰਗਰੇਜ਼ਾਂ ਦੇ ਖਿਲਾਫ ਭਿਆਨਕ ਲੜਾਈ ਲੜੀ ਸੀ। ਮਹਾਨ ਆਜ਼ਾਦੀ ਗੁਲਾਟੀ ਸੁਭਾਸ਼ ਚੰਦਰ ਬੋਸ ਬਹੁਤ ਹੀ ਰਹੱਸਮਈ ਵਿਅਕਤੀ ਸਨ। ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਇੱਕ ਪ੍ਰਭੂਸੱਤਾ ਸੰਪੰਨ ਭਾਰਤ ਨੂੰ ਦੇਖਣ ਦਾ ਜੋਸ਼ ਤੇ ਜਨੂਨ ਪੈਦਾ ਕੀਤਾ। ਸੁਤੰਤਰਤਾ ਅੰਦੋਲਨ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਸਨ ਅਤੇ ਉਹਨਾਂ ਨੂੰ ਨੇਤਾ ਜੀ ਕਿਹਾ ਜਾਂਦਾ ਸੀ, ਪਰ ਅੱਜ ਵੀ ਉਹਨਾਂ ਦੀ ਮੌਤ ਇੱਕ ਰਹੱਸ ਬਣੀ ਹੋਈ ਹੈ। ਕਿਹਾ ਜਾਂਦਾ ਹੈ ਕਿ ਨੇਤਾ ਜੀ 18 ਅਗਸਤ 1945 ਨੂੰ ਇੱਕ ਪਲੇਨ ਕ੍ਰੈਸ਼ ਵਿੱਚ ਮਾਰੇ ਗਏ, ਪਰ ਅੱਜ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। अनेकता में एकता की शान है, इसलिए मेरा भारत महान है। ਤੁਸੀਂ ਵੇਖ ਰਹੇ ਹੋ ਸੁਤੰਤਰਤਾ ਦਿਵਸ ਤੇ ਸਾਡੀ ਖਾਸ ਪੇਸ਼ਕਸ਼ ਸੂਰਮੇ ਦੀ ਗ੍ਰੇਟ ਫਰੀडम ਫਾਈਟਰਸ ਆਫ ਇੰਡੀਆ। ਅਸੀਂ ਗੱਲ ਕਰ ਰਹੇ ਸਾਂ ਭਾਰਤ ਦੇ ਉਹਨਾਂ ਮਹਾਨ ਵੀਰ ਸਪੂਤਾਂ ਦੀ ਜਿਨ੍ਹਾਂ ਭਾਰਤ ਨੂੰ ਆਜ਼ਾਦ ਦੇਸ਼ ਬਣਾਉਣ ਦਾ ਨਾ ਸਿਰਫ ਸੁਪਨਾ ਦੇਖਿਆ ਬਲਕਿ ਸੁਪਨੇ ਨੂੰ ਪੂਰਾ ਕਰਨ ਲਈ ਆਪਣੀ ਜਾਨ ਤੱਕ ਕੁਰਬਾਨ ਕਰ। चिंगारी आज़ादी की सुलगी मेरे जश्न में है, इंकलाब की ज्वालाएं लिपटी मेरे बदन से हैं, मौत जहां जन्नत हो ये बात मेरे वतन में है, कुर्बानी का जज्बा जिंदा मेरे कफन में है। इस शब्द ने एक अजिहे देश भगत दे जिस लिए उसका देश ते देश की आज़ादी सब तो उत्ते सी। आज़ाद एक अजिहा शब्द है जो महान आज़ादी घुलाटीए चंद्रशेखर आज़ाद दे नाल जुड़िया होया। ਉਸਨੇ ਆਪਣੀ ਸਾਰੀ ਉਮਰ ਆਜ਼ਾਦ ਰਹਿਣ ਦੀ ਚੋਣ ਕੀਤੀ ਸੀ ਅਤੇ ਆਪਣੇ ਆਖਰੀ ਸਾਹਾਂ ਤੱਕ ਇਸ ਦਾ ਪਾਲਣ ਵੀ ਕੀਤਾ। ਉਹਨਾਂ ਦੀ ਸ਼ਹਾਦਤ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਦੇ ਨਾਲ ਲਿਖੀ ਜਾਵੇਗੀ। ਚੰਦਰਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੇ ਭਾਵੜਾ ਨਾਮਕ ਸਥਾਨ ਤੇ ਹੋਇਆ। ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਸਾਰਾ ਜੀਵਨ ਕੁਰਬਾਨ ਕਰ ਦਿੱਤਾ। ਚੰਦਰਸ਼ੇਖਰ ਛੋਟੀ ਉਮਰ ਵਿੱਚ ਹੀ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਹਿੱਸਾ ਬਣ ਗਏ ਸਨ। ਆਜ਼ਾਦ ਦਾ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਸੀ ਜਦੋਂ 1922 ਵਿੱਚ ਚੌਰਾ-ਚੌਰੀ ਕਾਂਡ ਤੋਂ ਬਾਅਦ ਗਾਂਧੀ ਜੀ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ। ਇਸ ਤੋਂ ਬਾਅਦ ਉਹ ਪੰਡਿਤ ਰਾਮ ਪ੍ਰਸਾਦ ਬਿਸਮਿਲ, ਸਚਿੰਦਰ ਨਾਥ ਸਾਨਿਆਲ, ਯੋਗੇਸ਼ ਚੰਦਰ ਚੈਟਰਜੀ ਦੁਆਰਾ 1924 ਵਿੱਚ ਬਣਾਈ ਗਈ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਿੱਚ ਸ਼ਾਮਿਲ ਹੋ ਗਏ। ਇਸ ਐਸੋਸੀਏਸ਼ਨ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਚੰਦਰਸ਼ੇਖਰ ਨੇ ਰਾਮ ਪ੍ਰਸਾਦ ਬਿਸਮਿਲ ਦੀ ਅਗਵਾਈ ਵਿੱਚ ਕਾਕੋਰੀ ਕਾਂਡ ਵਿੱਚ ਪਹਿਲੀ ਵਾਰ ਸਰਗਰਮੀ ਦੇ ਨਾਲ ਹਿੱਸਾ ਲਿਆ। ਚੰਦਰਸ਼ੇਖਰ ਨੇ ਫਿਰ 1928 ਵਿੱਚ ਲਾਹੌਰ ਵਿੱਚ ਬ੍ਰਿਟਿਸ਼ ਪੁਲਿਸ ਅਧਿਕਾਰੀ ਐਸਪੀ ਸੌਂਡਰਸ ਨੂੰ ਗੋਲੀ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ। ਸਫਲ ਸਮਾਗਮਾਂ ਤੋਂ ਬਾਅਦ ਉਹਨਾਂ ਨੇ ਅੰਗਰੇਜ਼ਾਂ ਦੇ ਖਜ਼ਾਨੇ ਨੂੰ ਲੁੱਟਿਆ ਤੇ ਸੰਗਠਨ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ। ਚੰਦਰਸ਼ੇਖਰ ਆਜ਼ਾਦ ਦਾ ਮੰਨਣਾ ਸੀ ਕਿ ਇਹ ਪੈਸਾ ਸਿਰਫ ਭਾਰਤੀਆਂ ਦਾ ਹੈ ਜਿਸ ਨੂੰ ਅੰਗਰੇਜ਼ਾਂ ਨੇ ਲੁੱਟਿਆ ਸੀ। ਚੰਦਰਸ਼ੇਖਰ ਨੂੰ ਆਜ਼ਾਦ ਨਾਮ ਇੱਕ ਖਾਸ ਕਾਰਨ ਕਰਕੇ ਮਿਲਿਆ। ਚੰਦਰਸ਼ੇਖਰ ਜਦੋਂ 15 ਸਾਲ ਦੇ ਸਨ ਤਾਂ ਉਹਨਾਂ ਨੂੰ ਇੱਕ ਕੇਸ ਵਿੱਚ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਉੱਥੇ ਜੱਜ ਨੇ ਜਦੋਂ ਉਹਨਾਂ ਨੂੰ ਉਹਨਾਂ ਦਾ ਨਾਮ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਨਾਮ ਆਜ਼ਾਦ ਹੈ, ਮੇਰੇ ਪਿਤਾ ਦਾ ਨਾਮ ਆਜ਼ਾਦੀ ਹੈ ਤੇ ਮੇਰਾ ਘਰ ਜੇਲ੍ਹ ਹੈ। ਇਹ ਸੁਣ ਕੇ ਜੱਜ ਗੁੱਸੇ ਵਿੱਚ ਆ ਗਏ ਤੇ ਚੰਦਰਸ਼ੇਖਰ ਨੂੰ 15 ਕੋੜਿਆਂ ਦੀ ਸਜ਼ਾ ਸੁਣਾਈ, ਜਿਸ ਕਾਰਨ ਉਹਨਾਂ ਦਾ ਨਾਮ ਆਜ਼ਾਦ ਪੈ ਗਿਆ।
ਚੰਦਰ ਸ਼ੇਖਰ ਆਜ਼ਾਦ ਸਾਰੀ ਉਮਰ ਆਪਣੇ ਆਪ ਨੂੰ ਆਜ਼ਾਦ ਰੱਖਣਾ ਚਾਹੁੰਦੇ ਸਨ। ਅੰਗਰੇਜ਼ਾਂ ਦੇ ਨਾਲ ਲੜਨ ਲਈ ਚੰਦਰ ਸ਼ੇਖਰ ਆਜ਼ਾਦ ਇਲਾਹਾਬਾਦ ਦੇ ਅਲਫਰੈਡ ਪਾਰਕ ਵਿੱਚ ਸੁਖਦੇਵ ਤੇ ਉਹਨਾਂ ਦੇ ਇੱਕ ਹੋਰ ਸਾਥੀ ਨਾਲ ਬੈਠ ਕੇ ਯੋਜਨਾ ਬਣਾ ਰਿਹਾ ਸੀ। ਅੰਗਰੇਜ਼ਾਂ ਨੂੰ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਚੁੱਕੀ ਸੀ, ਜਿਸ ਕਾਰਨ ਅਚਾਨਕ ਬ੍ਰਿਟਿਸ਼ ਪੁਲਿਸ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਆਜ਼ਾਦ ਨੇ ਆਪਣੇ ਸਾਥੀਆਂ ਨੂੰ ਤਾਂ ਉੱਥੋਂ ਭਜਾ ਦਿੱਤਾ ਤੇ ਅੰਗਰੇਜ਼ਾਂ ਨਾਲ ਇਕੱਲੇ ਲੋਹਾ ਲਿਆ। ਇਸ ਲੜਾਈ ਵਿੱਚ ਆਜ਼ਾਦ ਪੁਲਿਸ ਦੀਆਂ ਗੋਲੀਆਂ ਦੇ ਨਾਲ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਉਹ ਸੈਂਕੜੇ ਪੁਲਿਸ ਵਾਲਿਆਂ ਦੇ ਸਾਹਮਣੇ 20 ਮਿੰਟ ਤੱਕ ਲੜਦੇ ਰਹੇ। ਉਸਨੇ ਕਸਮ ਖਾਧੀ ਸੀ ਕਿ ਉਸਨੂੰ ਕਦੇ ਵੀ ਫੜਿਆ ਨਹੀਂ ਜਾਵੇਗਾ ਤੇ ਨਾ ਹੀ ਬ੍ਰਿਟਿਸ਼ ਸਰਕਾਰ ਉਹਨਾਂ ਨੂੰ ਫਾਂਸੀ ਦੇ ਸਕੇਗੀ। ਇਸ ਲਈ ਆਪਣੇ ਸੰਕਲਪ ਨੂੰ ਪੂਰਾ ਕਰਨ ਲਈ ਉਹਨਾਂ ਨੇ ਆਪਣੇ ਪਿਸਤੌਲ ਦੀ ਆਖਰੀ ਗੋਲੀ ਦੇ ਨਾਲ ਖੁਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮਾਤ ਭੂਮੀ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਚੰਦਰ ਸ਼ੇਖਰ ਆਜ਼ਾਦ ਨੇ ਜਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰੀ ਸੀ, ਉਸ ਨੂੰ ਅੰਗਰੇਜ਼ ਇੰਗਲੈਂਡ ਲੈ ਗਏ ਸਨ ਤੇ ਉਸ ਨੂੰ ਉੱਥੇ ਦੇ ਅਜਾਇਬ ਘਰ ਵਿੱਚ ਰੱਖਿਆ ਗਿਆ ਸੀ। ਹਾਲਾਂਕਿ ਬਾਅਦ ਵਿੱਚ ਭਾਰਤ ਸਰਕਾਰ ਦੇ ਯਤਨਾਂ ਤੋਂ ਬਾਅਦ ਇਸ ਨੂੰ ਵਾਪਸ ਭਾਰਤ ਲਿਆਂਦਾ ਗਿਆ ਤੇ ਹੁਣ ਇਸ ਨੂੰ ਇਲਾਹਾਬਾਦ ਦੇ ਅਜਾਇਬ ਘਰ ਵਿੱਚ ਰੱਖਿਆ ਗਿਆ ਹੈ। ਸਰਦਾਰ ਵੱਲਭ ਭਾਈ ਪਟੇਲ, ਜੋ ਕਿ ਸਰਦਾਰ ਪਟੇਲ ਦੇ ਨਾਂ ਦੇ ਨਾਲ ਜਾਣੇ ਜਾਂਦੇ ਹਨ, ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਨ। ਉਹ ਲੋਕ ਪੁਰਸ਼ ਦੇ ਨਾਮ ਦੇ ਨਾਲ ਵੀ ਦੁਨੀਆ ਵਿੱਚ ਮਸ਼ਹੂਰ ਨੇ। ਉਹਨਾਂ ਦਾ ਜਨਮ 31 ਅਕਤੂਬਰ 1875 ਨੂੰ ਨਡਿਆਦ, ਗੁਜਰਾਤ ਵਿੱਚ ਹੋਇਆ ਸੀ। ਦੇਸ਼ ਨੂੰ ਆਜ਼ਾਦੀ ਦਿਵਾਉਣ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਰਦਾਰ ਪਟੇਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਜਦੋਂ 15 ਦਸੰਬਰ 1950 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤਾਂ ਅਸੀਂ ਦੇਸ਼ ਦੇ ਦਬਦਬਾ ਰੱਖਣ ਵਾਲੇ ਖੂਬਸੂਰਤ ਨੇਤਾ ਨੂੰ ਗਵਾ ਦਿੱਤਾ। ਅੱਜ ਜੇਕਰ ਭਾਰਤ ਅਖੰਡ ਭਾਰਤ ਹੈ ਤਾਂ ਉਸ ਦਾ ਸਿਹਰਾ ਸਰਦਾਰ ਪਟੇਲ ਨੂੰ ਹੀ ਜਾਂਦਾ ਹੈ। ਆਜ਼ਾਦੀ ਦੀ ਲਹਿਰ ਦੇ ਨਾਲ ਉਹਨਾਂ ਨੇ ਅਲੱਗ-ਅਲੱਗ ਰਿਆਸਤਾਂ ਵਿੱਚ ਵੰਡੇ ਭਾਰਤ ਨੂੰ ਅਖੰਡ ਭਾਰਤ ਬਣਾਉਣ ਦਾ ਜੋ ਸੁਪਨਾ ਦੇਖਿਆ ਸੀ, ਉਸ ਨੂੰ ਪੂਰਾ ਵੀ ਕੀਤਾ। ਸਰਦਾਰ ਪਟੇਲ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਨਡਿਆਦ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਝਵੇਰ ਭਾਈ ਤੇ ਮਾਤਾ ਦਾ ਨਾਮ ਲਾਡਬਾ ਪਟੇਲ ਸੀ। ਵੱਲਭ ਭਾਈ ਪਟੇਲ ਆਪਣੇ ਮਾਤਾ-ਪਿਤਾ ਦੀ ਚੌਥੀ ਸੰਤਾਨ ਸਨ। ਉਹ ਕਾਫੀ ਤਿੱਖੀ ਬੁੱਧੀ ਵਾਲੇ ਸਨ। ਉਹਨਾਂ ਦੀ ਰੁਚੀ ਪੜ੍ਹਾਈ ਵਿੱਚ ਜ਼ਿਆਦਾ ਸੀ। ਉਨੀ ਦਿਨੀ ਛੋਟੀ ਉਮਰ ਵਿੱਚ ਹੀ ਵਿਆਹ ਹੋ ਜਾਂਦੇ ਸਨ। ਕਿਹਾ ਜਾਂਦਾ ਹੈ ਕਿ ਸਰਦਾਰ ਪਟੇਲ ਦਾ ਵੀ 16 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ। ਉਹਨਾਂ ਦੀ ਪਤਨੀ ਦਾ ਨਾਮ ਝਵੇਰਵਾ ਸੀ। ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਕਾਨੂੰਨ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਵਿਆਹ ਤੋਂ ਉਹਨਾਂ ਦੇ 2 ਬੱਚੇ ਸਨ। ਬੇਟੀ ਦਾ ਨਾਮ ਮਣੀਬੇਨ ਤੇ ਬੇਟੇ ਦਾ ਨਾਮ ਦਾਹੀਆ ਭਾਈ ਪਟੇਲ ਸੀ। ਸਰਦਾਰ ਪਟੇਲ ਕਿੰਨੇ ਹੁਸ਼ਿਆਰ ਸਨ, ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 1910 ਵਿੱਚ ਉਹ ਪੜ੍ਹਾਈ ਕਰਨ ਲਈ ਇੰਗਲੈਂਡ ਗਏ ਤੇ ਅੱਧੇ ਸਮੇਂ ਵਿੱਚ ਹੀ ਉਹਨਾਂ ਨੇ ਕਾਨੂੰਨ ਦੀ ਡਿਗਰੀ ਨੂੰ ਹਾਸਿਲ ਕਰ ਲਿਆ। ਇਸ ਲਈ ਉਹਨਾਂ ਨੂੰ ਅਵਾਰਡ ਵੀ ਮਿਲਿਆ ਸੀ। ਇਸ ਤੋਂ ਬਾਅਦ ਉਹ ਭਾਰਤ ਵਾਪਸ ਆ ਗਏ। ਇਹ ਨਵੰਬਰ 1917 ਦੀ ਗੱਲ ਹੈ। ਇਹ ਉਹ ਸਮਾਂ ਸੀ ਜਦੋਂ ਗੁਜਰਾਤ ਦੇ ਕਈ ਹਿੱਸੇ ਭਿਆਨਕ ਅਕਾਲ ਦੇ ਨਾਲ ਜੂਝ ਰਹੇ ਸਨ। ਇਸ ਦੌਰਾਨ ਪਟੇਲ ਦੀ ਮੁਲਾਕਾਤ ਗਾਂਧੀ ਜੀ ਦੇ ਨਾਲ ਹੋਈ। ਗਾਂਧੀ ਜੀ ਉਹਨਾਂ ਦੀ ਪ੍ਰਬੰਧਕੀ ਯੋਗਤਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਪਟੇਲ ਨੂੰ ਆਪਣੇ ਨਾਲ ਰੱਖ ਲਿਆ। ਗੁਜਰਾਤ ਵਿੱਚ ਸਰਦਾਰ ਵੱਲਭ ਭਾਈ ਪਟੇਲ ਨੇ ਇੱਕ ਅਸਥਾਈ ਹਸਪਤਾਲ ਬਣਵਾਇਆ ਸੀ। ਇਨਫਲੂਐਂਜ਼ਾ ਵਰਗੀਆਂ ਮਾਰੂ ਬਿਮਾਰੀਆਂ ਦਾ ਇਲਾਜ ਉਸ ਦੌਰਾਨ ਉਸੇ ਹਸਪਤਾਲ ਵਿੱਚ ਕੀਤਾ ਜਾਂਦਾ ਸੀ। ਵੱਲਭ ਭਾਈ ਪਟੇਲ ਨੇ ਉਨੀ ਦਿਨੀ ਖੇੜਾ ਵਿੱਚ ਅੰਗਰੇਜ਼ ਹਕੂਮਤ ਵਿਰੁੱਧ ਨੋ ਟੈਕਸ ਲਹਿਰ ਵੀ ਸ਼ੁਰੂ ਕੀਤੀ ਸੀ ਤੇ ਬਾਰ ਡੋਲੀ ਸੱਤਿਆਗ੍ਰਹਿ ਦੀ ਅਗਵਾਈ ਵੀ ਉਹਨਾਂ ਨੇ ਕੀਤੀ। ਇਸ ਦੇ ਨਾਲ ਹੀ ਉਹ ਗੁਜਰਾਤ ਪ੍ਰਦੇਸ਼ ਕਾਂਗਰਸ ਦੇ ਪਹਿਲੇ ਪ੍ਰਧਾਨ ਵੀ ਬਣੇ। ਕਿਹਾ ਜਾਂਦਾ ਹੈ ਕਿ 1928 ਵਿੱਚ ਬਾਰ ਡੋਲੀ ਸੱਤਿਆਗ੍ਰਹਿ ਦੇ ਦੌਰਾਨ ਉੱਥੋਂ ਦੇ ਕਿਸਾਨਾਂ ਨੇ ਉਹਨਾਂ ਨੂੰ ਸਰਦਾਰ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਸੀ, ਜਿਸ ਦੇ ਬਾਅਦ ਉਹਨਾਂ ਨੂੰ ਸਰਦਾਰ ਪਟੇਲ ਦੇ ਨਾਮ ਨਾਲ ਪਹਿਚਾਣਿਆ ਜਾਣ ਲੱਗਾ। ਭਾਰਤ ਨੂੰ 1947 ਵਿੱਚ ਆਜ਼ਾਦੀ ਤਾਂ ਮਿਲੀ, ਪਰ ਟੁਕੜਿਆਂ ਵਿੱਚ ਬਿਖਰੀ ਹੋਈ। ਦੇਸ਼ ਵਿੱਚ ਕੁੱਲ 562 ਰਿਆਸਤਾਂ ਸਨ, ਕੁਝ ਬਹੁਤ ਵੱਡੀਆਂ ਤੇ ਕੁਝ ਬਹੁਤ ਛੋਟੀਆਂ। ਕੁਝ ਰਾਜੇ ਭਾਰਤ ਵਿੱਚ ਰਲੇਵੇਂ ਲਈ ਤਿਆਰ ਸਨ, ਪਰ ਕੁਝ ਅਜਿਹੇ ਵੀ ਸਨ ਜੋ ਕਿ ਆਜ਼ਾਦ ਰਹਿਣਾ ਚਾਹੁੰਦੇ ਸਨ, ਯਾਨੀ ਕਿ ਉਹ ਦੇਸ਼ਤਾ ਦੀ ਏਕਤਾ ਲਈ ਖਤਰਾ ਸਨ। ਸਰਦਾਰ ਪਟੇਲ ਦੇ ਮੋਢਿਆਂ ਤੇ ਭਾਰਤ ਨੂੰ ਅਖੰਡ ਭਾਰਤ ਬਣਾਉਣ ਦੀ ਜ਼ਿੰਮੇਵਾਰੀ ਸੀ, ਜਿਸ ਨੂੰ ਕਿ ਉਹਨਾਂ ਨੇ ਬਾਖੂਬੀ ਪੂਰਾ ਕੀਤਾ। ਅੱਜ ਭਾਰਤ ਦੇਸ਼ ਆਪਣੀ ਏਕਤਾ ਦੇ ਲਈ ਸਰਦਾਰ ਪਟੇਲ ਦਾ ਰਿਣੀ ਹੈ। ਸਰਦਾਰ ਪਟੇਲ ਦੇ ਨਾਲ ਐਸੀਆਂ ਕਈ ਕਹਾਣੀਆਂ ਜੁੜੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਉਹਨਾਂ ਦੀ ਮਹਾਨਤਾ ਦਾ ਅੰਦਾਜ਼ਾ ਲਗਾ ਸਕਦੇ ਹੋ। ਇਹ 11 ਜਨਵਰੀ 1909 ਦੀ ਗੱਲ ਹੈ। ਪਟੇਲ ਨੂੰ ਆਜ਼ਾਦੀ ਦੇ ਗੁਲਾਟੀਏ ਦੇ ਕੇਸ ਦੀ ਸੁਣਵਾਈ ਲਈ ਅਦਾਲਤ ਜਾਣਾ ਪਿਆ। ਉਹ ਕੋਰਟ ਰੂਮ ਪਹੁੰਚੇ ਤੇ ਬਹਿਸ ਸ਼ੁਰੂ ਹੋਈ। ਇਸੇ ਦੌਰਾਨ ਅਦਾਲਤ ਵਿੱਚ ਇੱਕ ਮੁਲਾਜ਼ਮ ਆ ਗਿਆ। ਉਸਨੇ ਪਟੇਲ ਦੇ ਹੱਥ ਵਿੱਚ ਇੱਕ ਤਾਰ ਫੜਾ ਦਿੱਤੀ, ਜਿਸ ਉੱਤੇ ਲਿਖਿਆ ਸੀ ਕਿ ਉਹਨਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਹੈ। ਪਟੇਲ ਨੇ ਉਹ ਤਾਰ ਪੜ੍ਹਿਆ ਤੇ ਫਿਰ ਧਿਆਨ ਨਾਲ ਜੇਬ ਵਿੱਚ ਰੱਖ ਲਿਆ ਤੇ ਜ਼ੀਰਾ ਨੂੰ ਪੂਰਾ ਕੀਤਾ। ਇਸ ਆਜ਼ਾਦੀ ਗੁਲਾਟੀਏ ਨੂੰ ਬਰੀ ਕਰ ਦਿੱਤਾ ਗਿਆ। ਬਾਅਦ ਵਿੱਚ ਜੱਜ ਨੂੰ ਇਸ ਘਟਨਾ ਦਾ ਪਤਾ ਲੱਗਾ। ਉਸਨੇ ਸਰਦਾਰ ਪਟੇਲ ਨੂੰ ਪੁੱਛਿਆ ਕਿ ਤੁਸੀਂ ਅਜਿਹਾ ਕਿਉਂ ਕੀਤਾ। ਪਟੇਲ ਸਾਹਿਬ ਨੇ ਜਵਾਬ ਦਿੱਤਾ, ਇਹ ਮੇਰਾ ਫਰਜ਼ ਸੀ। ਮੇਰੇ ਮੁਵੱਕਿਲ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ਤੇ ਮੈਂ ਬੇਇਨਸਾਫੀ ਦੇ ਪਾਸੇ ਕਿਵੇਂ ਜਾ ਸਕਦਾ ਹਾਂ। ਕੁਝ ਐਸੀ ਹੀ ਸੀ ਸਰਦਾਰ ਪਟੇਲ ਦੀ ਸ਼ਖਸੀਅਤ, ਜਿਸ ਨੂੰ ਕਿ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਰਤ ਅਗਰ ਅਨੇਕਤਾ ਵਿੱਚ ਏਕਤਾ ਦਾ ਪ੍ਰਤੀਕ ਹੈ ਤਾਂ ਉਸ ਦਾ ਸ਼੍ਰੇ ਸਰਦਾਰ ਪਟੇਲ ਨੂੰ ਹੀ ਜਾਂਦਾ ਹੈ। ਭਾਰਤ ਦੀ ਧਰਤੀ ਨੂੰ ਸੂਰਵੀਰਾਂ ਦੀ ਧਰਤੀ ਕਿਹਾ ਜਾਂਦਾ ਹੈ।
इस धरती ते कई अजिहे बहादुर पुत्तर होए हन जिन्हां ने अपनी जान की परवाह किए बिना इस देश नूं आज़ाद कराउण लई अपणियां जानां वार दित्तियां। अजिहे ही एक सुतंत्रता सेनानी शेरे पंजाब लाला लाजपत राय सन, जिसने देश नूं आज़ाद कराउण लई अपणियां जान कुर्बान कर दित्ती। उन्होंने पंजाब नैशनल बैंक और लक्ष्मी इंश्योरेंस कंपनी भी स्थापित की थी। वो इंडियन नैशनल कांग्रेस लाल बाल पाल विच गरम दल के 3 मुख नेतावां विचों एक सन। पंजाब केसरी लाला लाजपत राय ਦਾ ਜਨਮ 28 ਜਨਵਰੀ 1965 ਨੂੰ ਫਿਰੋਜ਼ਪੁਰ ਪੰਜਾਬ ਵਿੱਚ ਹੋਇਆ। ਉਹਨਾਂ ਦੇ ਪਿਤਾ ਮੁਨਸ਼ੀ ਰਾਧਾ ਕ੍ਰਿਸ਼ਨ ਆਜ਼ਾਦ ਫਾਰਸੀ ਤੇ ਉਰਦੂ ਦੇ ਮਹਾਨ ਵਿਦਵਾਨ ਸਨ ਤੇ ਉਹਨਾਂ ਦੀ ਮਾਤਾ ਗੁਲਾਬ ਦੇਵੀ ਇੱਕ ਧਾਰਮਿਕ ਔਰਤ। ਸ਼ੁਰੂ ਤੋਂ ਹੀ ਲਾਲਾ ਲਾਜਪਤ ਰਾਏ ਨੂੰ ਲਿਖਣ ਤੇ ਬੋਲਣ ਵਿੱਚ ਕਾਫੀ ਜ਼ਿਆਦਾ ਦਿਲਚਸਪੀ ਸੀ। ਉਹਨਾਂ ਨੇ ਕੁਝ ਸਮਾਂ ਹਰਿਆਣਾ ਦੇ ਰੋਹਤਕ ਤੇ ਹਿਸਾਰ ਸ਼ਹਿਰਾਂ ਵਿੱਚ ਵਕਾਲਤ ਵੀ ਕੀਤੀ। ਲਾਲਾ ਲਾਜਪਤ ਰਾਏ ਨੂੰ ਸ਼ੇਰੇ ਪੰਜਾਬ ਦਾ ਸਨਮਾਨ ਦੇਣ ਕਰਕੇ ਲੋਕ ਉਹਨਾਂ ਨੂੰ ਗਰਮ ਦਲ ਦਾ ਆਗੂ ਮੰਨਦੇ ਸਨ। ਲਾਲਾ ਲਾਜਪਤ ਰਾਏ ਆਤਮ ਨਿਰਭਰਤਾ ਦੇ ਰਾਹੀਂ ਸਵਰਾਜ ਲਿਆਉਣਾ ਚਾਹੁੰਦੇ ਸਨ। 1897 ਤੇ 1899 ਵਿੱਚ ਉਹਨਾਂ ਨੇ ਦੇਸ਼ ਵਿੱਚ ਅਕਾਲ ਦੇ ਪੀੜਤਾਂ ਦੀ ਤਨ ਮਨ ਧਨ ਦੇ ਨਾਲ ਸੇਵਾ ਕੀਤੀ। ਦੇਸ਼ ਵਿੱਚ ਆਏ ਭੂਚਾਲ ਤੇ ਅਕਾਲ ਦੇ ਦੌਰਾਨ ਅੰਗਰੇਜ਼ ਸਰਕਾਰ ਨੇ ਲੋਕਾਂ ਦੇ ਲਈ ਕੁਝ ਵੀ ਨਹੀਂ ਕੀਤਾ। ਲਾਲਾ ਜੀ ਨੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਅਕਾਲ ਦੇ ਦੌਰਾਨ ਥਾਈਂ-ਥਾਈਂ ਡੇਰੇ ਲਗਾ ਕੇ ਲੋਕਾਂ ਦੀ ਸੇਵਾ ਕੀਤੀ। ਇਸ ਤੋਂ ਬਾਅਦ 1905 ਵਿੱਚ ਬੰਗਾਲ ਦੀ ਵੰਡ ਹੋਈ ਤਾਂ ਲਾਲਾ ਲਾਜਪਤ ਰਾਏ ਨੇ ਸੁਰਿੰਦਰਨਾਥ ਬੈਨਰਜੀ ਤੇ ਵਿਪਨ ਚੰਦਰ ਪਾਲ ਵਰਗੇ ਅੰਦੋਲਨਕਾਰੀਆਂ ਦੇ ਨਾਲ ਹੱਥ ਮਿਲਾਇਆ। ਇਸ ਤਕੜੀ ਨੇ ਬ੍ਰਿਟਿਸ਼ ਸ਼ਾਸਨ ਨੂੰ ਮੁਸ਼ਕਿਲ ਬਣਾ ਦਿੱਤਾ ਸੀ। ਲਾਲ ਬਲ ਪਾਲ ਦੀ ਲੀਡਰਸ਼ਿਪ ਨੂੰ ਦੇਸ਼ ਭਰ ਵਿੱਚ ਭਾਰੀ ਜਨਤਕ ਸਮਰਥਨ ਮਿਲ ਰਿਹਾ ਸੀ, ਜਿਸ ਕਰਕੇ ਅੰਗਰੇਜ਼ਾਂ ਦੀਆਂ ਰਾਤਾਂ ਦੀ ਨੀਂਦ ਉੱਡ ਚੁੱਕੀ ਸੀ। ਆਪਣੀ ਮੁਹਿੰਮ ਦੇ ਹਿੱਸੇ ਵਜੋਂ ਉਹਨਾਂ ਨੇ ਬਰਤਾਨੀਆ ਵਿੱਚ ਬਣੀਆਂ ਬਸਤਾਂ ਦੇ ਬਾਈਕਾਟ ਤੇ ਵਪਾਰਕ ਅਦਾਰਿਆਂ ਵਿੱਚ ਹੜਤਾਲ ਕਰਕੇ ਬ੍ਰਿਟਿਸ਼ ਸਰਕਾਰ ਦਾ ਵਿਰੋਧ ਕੀਤਾ। ਜਲਿਆਂਵਾਲਾ ਬਾਗ ਸਾਕੇ ਦੇ ਖਿਲਾਫ ਉਹਨਾਂ ਨੇ ਪੰਜਾਬ ਵਿੱਚ ਅੰਗਰੇਜ਼ ਹਕੂਮਤ ਦੇ ਖਿਲਾਫ ਇੱਕ ਜ਼ਬਰਦਸਤ ਲਹਿਰ ਚਲਾਈ। ਜਦੋਂ 1920 ਵਿੱਚ ਅਸਹਿਯੋਗ ਅੰਦੋਲਨ ਸ਼ੁਰੂ ਕੀਤਾ ਗਿਆ ਤਾਂ ਉਹਨਾਂ ਨੇ ਪੰਜਾਬ ਵਿੱਚ ਅੰਦੋਲਨ ਦੀ ਅਗਵਾਈ ਕੀਤੀ। ਕਾਂਗਰਸ ਸੁਤੰਤਰ ਪਾਰਟੀ ਬਣਾਈ। 3 ਫਰਵਰੀ 1928 ਨੂੰ ਜਦੋਂ ਸਾਈਮਨ ਕਮਿਸ਼ਨ ਭਾਰਤ ਪਹੁੰਚਿਆ ਤਾਂ ਲਾਲਾ ਜੀ ਵੀ ਇਸ ਦੇ ਸ਼ੁਰੂਆਤੀ ਵਿਰੋਧੀਆਂ ਦੇ ਨਾਲ ਰਲ ਗਏ ਤੇ ਇਸ ਤੋਂ ਬਾਅਦ ਉਹਨਾਂ ਨੇ ਕਮਿਸ਼ਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਾਈਮਨ ਕਮਿਸ਼ਨ ਭਾਰਤ ਵਿੱਚ ਸੰਵਿਧਾਨਕ ਸੁਧਾਰਾਂ ਦੀ ਸਮੀਖਿਆ ਤੇ ਰਿਪੋਰਟ ਤਿਆਰ ਕਰਨ ਲਈ ਬਣਾਈ ਗਈ 7 ਮੈਂਬਰਾਂ ਦੀ ਇੱਕ ਕਮੇਟੀ ਸੀ। ਇਹ ਸਾਰੇ ਅੰਗਰੇਜ਼ਾਂ ਦੀ ਨੀਅਤ ਦੇ ਆਧਾਰ ਤੇ ਭਾਰਤ ਵਿੱਚ ਸੰਵਿਧਾਨਿਕ ਢਾਂਚਾ ਤਿਆਰ ਕਰਨ ਲਈ ਭਾਰਤ ਆਏ ਸਨ, ਜਿਸ ਦੇ ਵਿਰੋਧ ਵਿੱਚ ਪੂਰੇ ਦੇਸ਼ ਵਿੱਚ ਜ਼ਬਰਦਸਤ ਰੋਸ ਦੇਖਣ ਨੂੰ ਮਿਲਿਆ। ਭਾਰਤ ਵਿੱਚ ਸਾਈਮਨ ਕਮਿਸ਼ਨ ਦੇ ਆਉਣ ਨਾਲ ਇਸ ਦੇ ਵਿਰੋਧ ਦੀ ਅੱਗ ਪੂਰੇ ਦੇਸ਼ ਵਿੱਚ ਫੈਲ ਗਈ। ਚੌਰੀ ਕਾਂਡ ਤੋਂ ਬਾਅਦ ਗਾਂਧੀ ਜੀ ਵੱਲੋਂ ਨਾ ਮਿਲਵਰਤਨ ਅੰਦੋਲਨ ਨੂੰ ਬੰਦ ਕਰਨ ਤੋਂ ਬਾਅਦ ਆਜ਼ਾਦੀ ਸੰਗਰਾਮ ਵਿੱਚ ਆਇਆ ਠਹਿਰਾਵ ਹੁਣ ਖਤਮ ਹੋ ਚੁੱਕਾ ਸੀ। ਲੋਕ ਇੱਕ ਵਾਰ ਫਿਰ ਤੋਂ ਸੜਕਾਂ ਤੇ ਆਉਣ ਲੱਗੇ ਸਨ ਤੇ ਜਲਦੀ ਹੀ ਸਾਰਾ ਦੇਸ਼ ਸਾਈਮਨ ਗੋ ਬੈਕ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਕ੍ਰਾਂਤੀਕਾਰੀਆਂ ਨੇ 30 ਅਕਤੂਬਰ 1928 ਨੂੰ ਲਾਹੌਰ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਦੀ ਅਗਵਾਈ ਲਾਲਾ ਜੀ ਕਰ ਰਹੇ ਸਨ। ਇਸ ਪ੍ਰਦਰਸ਼ਨ ਵਿੱਚ ਇਕੱਠੀ ਹੋਈ ਭੀੜ ਨੂੰ ਦੇਖ ਕੇ ਅੰਗਰੇਜ਼ ਕਾਫੀ ਜ਼ਿਆਦਾ ਘਬਰਾ ਗਏ। ਇਸ ਪ੍ਰਦਰਸ਼ਨ ਤੋਂ ਘਬਰਾ ਕੇ ਅੰਗਰੇਜ਼ਾਂ ਨੇ ਲਾਲਾ ਜੀ ਤੇ ਉਹਨਾਂ ਦੀ ਟੀਮ ਤੇ ਲਾਠੀ ਚਾਰਜ ਕੀਤਾ। ਇਸ ਅੰਦੋਲਨ ਵਿੱਚ ਸ਼ਾਮਲ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਲਾਲਾ ਲਾਜਪਤ ਰਾਏ ਅੰਗਰੇਜ਼ਾਂ ਦੀ ਲਾਠੀ ਤੋਂ ਨਹੀਂ ਡਰੇ ਤੇ ਉਹਨਾਂ ਨੇ ਡਟ ਕੇ ਇਸ ਦਾ ਸਾਹਮਣਾ ਕੀਤਾ। ਇਸ ਲਾਠੀ ਚਾਰਜ ਵਿੱਚ ਲਾਲਾ ਜੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜਨ ਲੱਗੀ। ਆਖਿਰਕਾਰ 17 ਨਵੰਬਰ 1928 ਨੂੰ ਉਹਨਾਂ ਨੇ ਸ਼ਹਾਦਤ ਦੇ ਦਿੱਤੀ। ਆਜ਼ਾਦੀ ਦੀ ਲਹਿਰ ਵਿੱਚ ਲਾਲਾ ਲਾਜਪਤ ਰਾਏ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। मरने का कोई गम नहीं, लेकिन ए खुदा जिस मिट्टी में मिलूं वो मिट्टी हिंदुस्तान की हो। स्वतंत्रता दिवस से साड़ी खास पेशकश सूरमे ग्रेट फ्रीडम फाइटर्स ऑफ इंडिया विच असी गल कीती भारत दे उन्हां सूरवीरां दी जिन्हां दी बदौलत असी आज़ादी दी हवा नूं अज महसूस कर रहे हां। तुहानूं सारिआं नूं साझा टीवी वालों स्वतंत्रता दिवस दीआं बहुत सारियां शुभकामनावां। जय हिंद।